रहीम अस्सलाम वालेकुम नाइम न्यूज़ टीवी में मुबारक जवेद जफर इकबाल भट्ट साहब साढ़े नाल और जेल दास्तान दस रहे ने और हसा भी रहे ने। मैनू भी हासा आ रहा जो गल्लां करते कि खाना जो आ गया फिर सानू याद ही नहीं रहा कि असीं जेल च वां। जी भट्ट साहब अस्सलाम वालेकुम। अच्छा वालेकुम सलाम। वो अपना जवेद साहब जो असीं दाखिल होए हैं ना जेल च ते वो सुपरिटेंडेंट जेल साहब एक मेज ते एक कुर्सी पई दी है ਉਹਦੇ ਉੱਤੇ ਇੱਕ ਰਜਿਸਟਰਡ ਪਿਆ ਵਾ। अच्छा ਤੇ ਅਸੀਂ ਸਾਰੇ ਪੈਰਾਂ ਭਾਰ ਥੱਲੇ ਪੈ ਗਏ ਹਾਂ। ठीक ਉਹ ਜਿਹੜੇ ਸੁਪਰਿਟੈਂਡੈਂਟ ਜੇਲ੍ਹ ਸਾਹਿਬ ਸਾਜੇ ਨਾ ਉਹਨਾਂ ਦਾ ਨਾਮ ਸੀ ਹਾਫਿਜ਼ ਜੀਜ਼ੁੱਲਾ ਬੱਟ। अच्छा ਗੁਜਰਾਂਵਾਲੇ ਦੇ ਸਨ ਉਹ। ठीक ਤੇ ਮਾਸ਼ਾਅੱਲਾ ਉਹਨਾਂ ਦੀ ਬਾਡੀ ਬੰਦਾ ਮਤਲਬ ਸਹੀ ਬੰਦਾ ਕਲਾਵੇ ਚ ਲੈ ਤੇ ਉਹਨਾਂ ਦੀ ਬਾਡੀ ਜਿਹੜੀ ਨਾ ਉਹ ਨੇਚੀ ਕਲਾਵੇ ਚ ਆਉਂਦੀ ਹੈ ਤੇ ਮਾਸ਼ਾਅੱਲਾ ਜਵਾਨ ਤੇ ਚੌੜੇ। ठीक ਜਦੋਂ ਸਾਡੇ ਨਾਂ ਲਿਖਣ ਲੱਗਦੇ ਇਹਨਾਂ ਦੇ ਨਾਂ ਦੇ ਨਾਲ ਹਰ ਨਾਂ ਦੇ ਨਾਲ ਬੱਟ ਤੇ ਬਾਅਦ ਕਹਿੰਦੇ ਤੁਸੀਂ ਸਾਰੇ ਹੀ ਬੱਟ ਹੋ। अच्छा ਆਵਾਂਗੇ ਹਾਂਜੀ ਸਾਰੇ ਬੱਟ। ਕਹਿੰਦਾ ਯਾਰ ਇਹ ਜੇਲ੍ਹ ਜਿਹੜੀ ਹੈ ਨਾ 80% ਬੱਟਾਂ ਨਾਲ ਭਰੀ ਦੀ ਹੈ ਗੁਜਰਾਂਵਾਲੇ ਦੀ। ਉਹ ਸਾਡੀ ਖੈਰ ਹੈ ਜੀ। ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਕਿ ਹੁਣ ਇੱਥੇ ਖਾਣ ਪੀਣ ਦੀ ਮਹਿਫਲ ਚੱਲੇਗੀ। ਅੱਛਾ ਉਹ ਸਾਡੇ ਵਿੱਚੋਂ ਨਾ ਇੱਕ ਸਾਡੇ ਤਾਏ ਦਾ ਬੇਟਾ ਮੁਹੰਮਦ ਯਕੂਬ ਬੱਟ ਉਹ ਇਸ ਟਾਈਮ ਇੰਗਲੈਂਡ ਹੁੰਦੇ ਨੇ। अच्छा ਉਹ ਵੀ ਬਾਡੀ ਬਿਲਡਰ ਸੀ। ਤੇ ਇਹਨਾਂ ਹਾਫਿਜ਼ ਸਾਹਿਬ ਦੀ ਤੇ ਉਹਨਾਂ ਦੀ ਮੁਲਾਕਾਤ ਵਿਹਾੜੀ ਇੱਕ ਪ੍ਰੋਗਰਾਮ ਸੀ ਬਾਡੀ ਬਿਲਡਰ ਦਾ ਤੇ ਉੱਥੇ ਮੁਲਾਕਾਤ ਹੋਈ ਸੀ। अच्छा ਤੇ ਉਹ ਕਹਿੰਦਾ ਯਕੂਬ ਬੱਟ ਕਿ ਹਾਫਿਜ਼ ਸਾਹਿਬ ਤੁਸੀਂ ਨਹੀਂ ਮੈਨੂੰ ਜਾਣਦੇ ਮੈਂ ਤੁਹਾਨੂੰ ਜਾਣਦਾ ਤੁਹਾਡੀ ਸਾਡੀ ਵਿਹਾੜੀ ਮੁਲਾਕਾਤ ਹੋਈ ਸੀ ਇੱਕ ਪ੍ਰੋਗਰਾਮ ਬਾਡੀ ਬਿਲਡਰ ਦਾ ਪ੍ਰੋਗਰਾਮ ਸੀ। अच्छा ਲੋ ਜੀ ਮੁਬਾਰਕ ਸਾਹਿਬ ਯਕੀਨ ਕਰੋ ਕਿ ਖੁਦਾ ਦੀ ਖੁਦਾਈ ਨਜ਼ਰ ਸਾਨੂੰ ਆ ਰਹੀ ਸੀ ਨਾ ਸਿਆਲਕੋਟ ਵੀ ਤੇ ਗੁਜਰਾਂਵਾਲੇ ਵੀ। ਉਹ ਸਾਨੂੰ ਪੁੱਛਦਾ ਹੈ ਹਾਫਿਜ਼ ਜੀਜ਼ੁੱਲਾ ਬੱਟ ਕਿ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਕੋਈ ਐਮਰਜੈਂਸੀ ਤੇ ਮੈਨੂੰ ਦੱਸੋ। अच्छा ਉਹ ਸਾਡੇ ਵਿੱਚ ਉਹ ਤੁਹਾਨੂੰ ਦੱਸਿਆ ਨਾਸਰ ਭਲਵਾਨ ਸਾਡੇ ਤਾਏ ਦਾ ਬੇਟਾ। ਉਹ ਕਹਿੰਦਾ ਹਾਫਿਜ਼ ਸਾਹਿਬ ਸਾਡੇ ਵਿੱਚ ਦੋ ਦੋਸਤ ਇੱਕ ਐਸੇ ਨੇ ਜਿਹੜੇ ਜਿਨ੍ਹਾਂ ਨੂੰ ਥੋੜੀ ਜਿਹੀ ਹਾਰਟ ਦੀ ਪ੍ਰੋਬਲਮ ਹੈ। अच्छा ਤੇ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਨੂੰ ਉਸ ਜਗ੍ਹਾ ਤੇ ਭੇਜਿਆ ਜਾਏ ਜਿੱਥੇ ਪੱਖੇ ਦੀ ਸਹੂਲਤ ਹੈ। ਉਹਨਾਂ ਕਿਹਾ ਠੀਕ ਹੈ। ਲੋ ਜੀ ਆਪਣਾ ਜਵੇਦ ਸਾਹਿਬ ਸਾਡੇ ਤਾਏ ਦੇ ਬੇਟੇ ਕੋਲ ਨਾਸਰ ਭੱਟ ਕੋਲ ਮੇਰੇ ਹਾਲੇ ਜੇਬ 'ਚ 800 ਕੇ 1000 ਰੁਪਇਆ ਸੀ। अच्छा ਉਹ ਹਾਫਿਜ਼ ਸਾਹਿਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਹਾਫਿਜ਼ ਸਾਹਿਬ ਹੈ ਤੁਸੀਂ ਕੋਲ ਰੱਖ ਲਓ ਸਵੇਰੇ ਪੱਖੇ ਕਿਤੇ ਲਵਾ ਦਿਓ। ਉਹਨਾਂ ਕਿਹਾ ਕੋਈ ਗੱਲ ਨਹੀਂ ਭੱਟ ਸਾਹਿਬ ਤੁਸੀਂ ਕੋਲ ਰੱਖੋ ਪੱਖੇ ਅਸੀਂ ਆਪਣੇ ਕੋਲੋਂ ਲਾਵਾਂਗੇ ਤੁਸੀਂ ਸਮਝੋ ਕਿ ਸਾਡੇ ਮਹਿਮਾਨ ਹੋ। अच्छा ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਤੇ ਜਿਸ ਕੜੀ ਸਾਨੂੰ ਜਿਸ ਜਗ੍ਹਾ ਤੇ ਬੰਦ ਕੀਤਾ ਗਿਆ ਨਾ ਅੱਖਾਂ ਬਕਾਇਆ ਜਿਹੜੇ ਦੋਸਤ ਸਨ जी ਉਹ ਚੱਕੀ ਜਿਸ ਕੜੀ ਅਸੀਂ ਗਏ ਤੇ ਅੱਗੇ ਦੋ ਭਰਾ ਹਾਂ ਉਹ ਵੀ ਗੁਜਰਾਂਵਾਲੇ ਦੇ ਸਨ। ਇੱਕ ਦਾ ਨਾ ਕਾਰੀ ਤੇ ਇੱਕ ਦਾ ਨਾ ਹਾਫਿਜ਼। ਸਾਡੀ ਖੈਰ ਹੈ ਜੀ। ਉਹ ਕਤਲ ਦੇ ਕੇਸ ਚ ਅੰਦਰ ਆਏ ਦੇ ਸਨ ਤੇ ਉਹਨਾਂ ਨੂੰ ਉੱਥੇ ਮਾਸ਼ਕੀ ਵੀ ਮਿਲਿਆ ਦਾ ਸੀ ਜਿਹੜਾ ਮਾਲਿਸ਼ ਕਰਦਾ। ਉਹ ਜਿਹੜੇ ਦੋ ਭਰਾ ਅੰਦਰ ਸਨ ਉਹਨਾਂ ਨੂੰ ਕੀ ਉਹ ਕੀ ਮਾਸ਼ਕੀ ਕੀ ਉਹਦਾ ਕੀ ਰੋਲ ਹੁੰਦਾ ਜੇਲ੍ਹ ਚ? ਮਾਸ਼ਕੀ ਦਾ ਰੋਲ ਹੁੰਦਾ ਹੈ ਕਿ ਮਸਲਨ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ ਬੜੇ ਤਗੜੇ। ਅੱਛਾ ਉਹਨਾਂ ਨੇ ਇੱਕ ਮਾਸ਼ਕੀ ਦਿੱਤਾ ਜਾਂਦਾ ਜਿਹੜਾ ਉਹਨਾਂ ਦਾ ਮਸਲਨ ਖਾਣਾ ਤਿਆਰ ਕਰੇ ਜਾਂ ਉਹਨਾਂ ਦੀ ਸੇਵਾ ਕਰੇ। ਹਾਂਜੀ ਉਹ ਕਤਲ ਚਾਹੇ ਦੇ ਅੰਦਰ। ਹਾਂਜੀ ਮਸਲਨ ਕਿ ਟੈਲੀਵਿਜ਼ਨ ਲੱਗਾ ਦਾ ਫਰਿੱਜ ਅੰਦਰ ਹੈ ਟੈਲੀਵਿਜ਼ਨ ਅੰਦਰ ਇੱਕ ਮੁਲਾਜ਼ਮ ਸਮਝ ਲਓ ਤੁਸੀਂ ਜਿਹੜਾ ਮਾਸ਼ਕੀ ਨੇ ਇੱਕ ਮੁਲਾਜ਼ਮ ਸਮਝ ਲਓ। ਅੱਛਾ ਕੀ ਬਾਤ ਹੈ। ਹਾਂਜੀ ਉਹ ਜਿਸ ਕੜੀ ਸਾਡੀ ਉਹਨਾਂ ਨਾਲ ਮੁਲਾਕਾਤ ਹੋਈ ਤੇ ਸਾਨੂੰ ਉਹਨਾਂ ਮਤਲਬ ਮਿਲੇ ਗਿਲੇ ਨਾ ਪਤਾ ਦੱਸਿਆ। ਸਾਨੂੰ ਪੁੱਛਦੇ ਨੇ ਕਿ ਤੁਸੀਂ ਇਸ ਟਾਈਮ ਕਿਹੜਾ ਜੁਰਮ ਕਰਕੇ ਆਏ ਹੋ ਕੌਣ ਹੋ ਤੁਸੀਂ ਆਪਣਾ ਤਾਰਫ ਕਰਾਓ। ਅੱਛਾ ਅਸੀਂ ਕਿਹਾ ਜਨਾਬ ਹੁਣ ਸੁਬਾਹ ਤੁਹਾਨੂੰ ਦੱਸਾਂਗੇ ਹੁਣ ਸ਼ਾਮ ਦਾ ਟਾਈਮ ਹੈ ਰਾਤ ਬਹੁਤ ਜ਼ਿਆਦਾ ਹੋਈ ਹੈ। ਕਹਿੰਦੇ ਨਹੀਂ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਤੁਸੀਂ ਦੱਸੋ ਕਿਉਂਕਿ ਅਸੀਂ ਸਾਰੇ ਮਾਸ਼ਾਅੱਲਾ ਜਵਾਨ ਤੇ ਮੂੰਹ ਮੱਥੇ ਲੱਗਣ ਵਾਲੇ ਸਾਰੇ। ਹਾਂਜੀ ਹਾਂਜੀ ਉਹ ਵੀ ਪੁੱਛਣਾ ਚਾਹੁੰਦੇ ਸਨ।
जी ਤੇ ਅਸੀਂ ਦੱਸਣਾ ਹੀ ਸਾਂ ਚਾਹੁੰਦੇ ਸ਼ਾਮ ਦਾ ਟਾਈਮ ਹੈ ਕੋਈ ਮੇਰਾ ਮਤਲਬ ਹਾਲਾਤ ਨਾ ਕੋਈ ਖਰਾਬ ਹੋ ਗਿਆ ਉਹਨਾਂ ਸਾਨੂੰ ਮਜਬੂਰ ਕੀਤਾ ਤੇ ਅਸਾਂ ਦੱਸਿਆ ਕਿ ਸਾਡਾ ਜਮਾਤ ਅਹਿਮਦੀਆ ਨਾਲ ਤਲਕ ਇਹ ਸਾਡੇ ਨਾਲ ਵਾਕਿਆ ਹੋਇਆ ਤੇ ਇਸ ਵਜ੍ਹਾ ਤੋਂ ਅਸੀਂ ਆਏ ਹਾਂ। ਅੱਛਾ ਲੋ ਜੀ ਜਵੇਦ ਸਾਹਿਬ ਹੁਣ ਜਿਹੜੀ ਗੱਲ ਮੈਂ ਕਰਨ ਲੱਗਾ ਤੁਸੀਂ ਸੁਣੋਗੇ ਤੇ ਤੁਸੀਂ ਖੁਦ ਮਸਲਨ ਖੁਸ਼ ਹੋਵੋਗੇ ਜੀ ਕਿ ਇਹ ਅੱਲਾਹ ਦਾ ਫਜ਼ਲ ਹੈ। ਬਿਲਕੁਲ ਅੱਲਾਹ ਦਾ ਫਜ਼ਲ। ਉਹ ਆਪਣੇ ਮਾਸ਼ਕੀ ਨੂੰ ਕਹਿੰਦੇ ਨੇ ਕਿ ਜਿੰਨੇ ਬੰਦੇ ਨੇ ਇੰਨਿਆਂ ਬੰਦਿਆਂ ਦਾ ਹੁਣੇ ਹੀ ਖਾਣਾ ਤਿਆਰ ਕਰ, ਜਿੰਨੀ ਜਲਦੀ ਹੁੰਦਾ ਹੀ ਖਾਣਾ ਤਿਆਰ। ਵਾਹ ਕੀ ਬਾਤ। ਬੜਾ ਉਹਨਾਂ ਨੂੰ ਕਿਹਾ ਕਿ ਸੂਫੀ ਸਾਹਿਬ ਸੁਬਹ ਖਾਣਾ ਨਹੀਂ ਖਾ ਕੇ ਸੋਣਾ, ਸੁਬਹ ਭਾਵੇਂ ਪਤਾ ਨਹੀਂ ਸੁਬਹ ਚੜਨਾ ਕਿ ਨਹੀਂ ਦਿਨ ਚੜਨਾ। ਵਾਹ। ਲੋ ਜੀ ਕੋ ਘੰਟੇ ਡੇਢ ਦੇ ਵਿੱਚ ਉਸ ਬੰਦੇ ਨੇ ਖਾਣਾ ਛਾਣਾ ਤਿਆਰ ਕੀਤਾ, ਖਾਣਾ ਖਾਦਾ ਤੇ ਖਾਣਾ ਖਾਣ ਤੋਂ ਬਾਅਦ ਫਿਰ ਸਾਡੇ ਵੀ ਸਾਰੇ ਬੰਦੇ ਗੱਲਬਾਤ ਕਰਨ ਵਾਲੇ ਸਨ। ਉਹਨਾਂ ਨੇ ਪੁੱਛਿਆ ਕਿ ਸੂਫੀ ਸਾਹਿਬ ਤੁਸੀਂ ਇੰਨਾ ਤਕੱਲਫ ਕੀਤਾ ਸਾਨੂੰ ਹੀ ਇਹ ਵਜ੍ਹਾ ਦੱਸ ਛੜੋ। ਉਹਨਾਂ ਨੇ ਕਿਹਾ ਕਿ ਸਾਡਾ ਤਲਕ ਤਾਂ ਨਹੀਂ ਜਮਾਤ ਅਹਿਮਦੀਆ ਨਾਲ, ਮਗਰ ਅਸਾਂ ਬਚਪਨ ਤੋਂ ਲੈ ਕੇ ਤੇ ਜਵਾਨੀ ਤੱਕ ਅਸਾਂ ਜਿਹੜੀ ਸਾਡੀ ਤਰਬੀਅਤ ਤੇ ਤਲੀਮ ਹੋਈ ਹੈ ਉਹ ਸਾਡੀ ਰਬੂਏ ਦੇ ਵਿੱਚ ਹੋਈ ਹੈ। ਸੁਭਾਨ ਅੱਲਾਹ। ਹਾਂਜੀ ਕੀ ਬਾਤ। ਉਹਨਾਂ ਕਿਹਾ ਫਿਰ ਪੁੱਛਿਆ ਸਾਰੀ ਅਸਾਂ ਵੀ ਸੂਰਤ ਵਾਲ। ਉਹਨਾਂ ਕਿਹਾ ਕਿ ਸਾਡਾ ਜਿਹੜਾ ਵਾਲਦ ਸੀ ਉਹ ਦੁਸ਼ਮਣੀਦਾਰ ਬੰਦਾ ਸੀ ਤੇ ਅਸੀਂ ਛੋਟੇ ਛੋਟੇ ਹੁੰਦੇ ਸਾਂ। ਅੱਛਾ। ਤੇ ਸਾਡੇ ਬਾਪ ਨੂੰ ਸਾਡਾ ਬੜਾ ਫਿਕਰ ਹੁੰਦਾ ਸੀ ਕਿ ਮੇਰੇ ਛੋਟੇ ਬੱਚੇ ਜਿਹੜੇ ਨੇ ਇਹਨਾਂ ਦੇ ਕੋਈ ਵਾਰ ਨਾ ਕਰ ਦੇਵੇ। ਉਹਨਾਂ ਦਾ ਕੋਈ ਦੋਸਤ ਸੀ ਕੋਈ ਗੈਰ ਅਹਿਮਦੀ। ਅੱਛਾ। ਉਹਨਾਂ ਦੇ ਵਾਲਦ ਨੂੰ ਮਸ਼ਵਰਾ ਦਿੱਤਾ ਅਗਰ ਤੂੰ ਆਪਣੇ ਬੱਚੇ ਬਚਾਉਣਾ ਚਾਹੁੰਦਾ, ਇਹ ਉਹਨਾਂ ਦੀ ਜ਼ੁਬਾਨੀ ਜੇ ਸਾਰੀ ਕਹਾਣੀ ਜਿਹੜੀ ਮੈਂ ਤੁਹਾਨੂੰ ਸੁਣਾਉਣ ਡਿਆ ਉਹਨਾਂ ਸਾਨੂੰ ਸੁਣਾਈ ਵਿੱਚ। ਬਿਲਕੁਲ ਬਿਲਕੁਲ ਜੀ। ਉਹਨਾਂ ਕਿਹਾ ਜੇ ਤੂੰ ਆਪਣੇ ਬੱਚੇ ਬਚਾਉਣਾ ਚਾਹੁੰਦਾ ਤੇ ਇਹਨਾਂ ਨੂੰ ਰਬੂਆ ਕੱਢ ਛੱਡ। ਅੱਛਾ। ਲੋ ਜੀ ਉਹਨਾਂ ਫਿਰ ਆਪਣੇ ਬੱਚੇ ਰਬੂਆ ਕੱਲੇ, ਉੱਥੇ ਹੀ ਉਹਨਾਂ ਕੁਰਾਨ ਪੜ੍ਹਿਆ, ਉੱਥੇ ਹੀ ਨਮਾਜ਼ਾਂ ਪੜ੍ਹੀਆਂ ਸਿੱਖੀਆਂ। ਹਰ ਜਦੋਂ ਜਵਾਨ ਹੋ ਗਏ ਉਹਨਾਂ ਕਿਹਾ ਕਹਿੰਦੇ ਫਿਰ ਅਸਾਂ ਉਹਨਾਂ ਕੋਲ ਇਜਾਜ਼ਤ ਲਈ ਤੇ ਅਸੀਂ ਇਜਾਜ਼ਤ ਲਈ ਕਿਉਂਕਿ ਉਹਨਾਂ ਦਾ ਫਿਰ ਬਾਪ ਜਿਹੜਾ ਸੀ ਉਹਨਾਂ ਕੋਲ ਦੁਸ਼ਮਣਾਂ ਨੇ ਮਾਰ ਛੜਿਆ। ਅੱਛਾ। ਉਹ ਫਿਰ ਬੱਚੇ ਜਦੋਂ ਜਵਾਨ ਹੋਏ ਨੇ ਕਾਰੀ ਤੇ ਸੂਫੀਏ ਫਿਰ ਆਪਣਾ ਆਏ ਨੇ ਤੇ ਇਹਨਾਂ ਫਿਰ ਉਹਨਾਂ ਫਿਰ ਦੱਸਿਆ ਕਿ ਅਸਾਂ ਫਿਰ ਆਪਣੇ ਮਾਂ ਬਾਪ ਦੇ ਬਦਲੇ ਲਏ ਤੇ ਸਾਡਾ ਮਸਲਨ ਜਿਹੜੀ ਪਰਵਰਿਸ਼ ਸਾਡੀ ਹੋਈ ਦੀ ਉਹ ਸਾਡੀ ਰਬੂਏ ਹੋਈ ਦੀ ਦੀਨੀ ਜਿੰਨੀ ਵੀ ਤਲੀਮ ਹੈ ਅਸਾਂ ਉੱਥੋਂ ਸਿੱਖੀ। ਮਗਰ ਇਹ ਸਾਡਾ ਜਿਹੜਾ ਦੁਸ਼ਮਣੀਆਂ ਦਾ ਮਾਮਲਾ ਇਹਦਾ ਅਸਲ ਕਿ ਇਸ ਚੀਜ਼ ਨਾਲ ਤਲਕ ਨਹੀਂ, ਮਗਰ ਇਹ ਕਿ ਅਸੀਂ ਜਿੰਨੀ ਦੇਰ ਵੀ ਜ਼ਿੰਦਾ ਵਾਂ ਅਸੀਂ ਜਿੱਥੇ ਵੀ ਸਾਨੂੰ ਕੋਈ ਤੁਹਾਡੀ ਜਮਾਤ ਦਾ ਬੰਦਾ ਲੱਭੇਗਾ ਅਸੀਂ ਉਹਦੇ ਖਿਦਮਤ ਹੀ ਕਰਦੇ ਰਵਾਂਗੇ। ਲਓ ਜੀ ਜਵੇਦ ਸਾਹਿਬ ਜਦੋਂ ਦਿਨ ਚੜਿਆ ਨਾ 9-10 ਦਾ ਟਾਈਮ ਹੋਇਆ ਤੇ ਫਿਰ ਉਹ ਫਿਰ ਨਿਜ਼ਾਮ ਕਿ ਜਿਹੜਾ ਇੱਕ ਜੇਲ੍ਹ ਦਾ ਸਿਸਟਮ ਹੈ। ਹਾਂਜੀ ਜੀ। ਉਹ ਅਸੀਂ 13 ਜਣੇ ਲਾਈਨ 'ਚ ਲੱਗੇ ਤੇ ਨਾ ਪਤਾ ਲਿਖਾਉਣ ਵਾਸਤੇ ਤੇ ਬੈਠੇ ਹੀ ਬਾਹਰ ਹੀ ਗਈਆਂ ਤੇ ਮੁਲਾਕਾਤ ਆ ਗਈ। ਅੱਛਾ। ਨਾਸਰ ਅਹਿਮਦ ਭੱਟ ਜੀ ਜਿਹੜੇ ਚਵਿੰਡੇ ਦੇ ਨੇ ਉਹਨਾਂ ਕਿਹਾ ਜੀ ਮੈਂ ਉਹਨਾਂ ਜੀ ਮੁਲਾਕਾਤ ਤੁਹਾਡੀ ਆਏਗੀ। ਅੱਛਾ। ਲੋ ਜੀ ਉਹ ਨਾਸਰ ਅਹਿਮਦ ਭੱਟ ਸਾਹਿਬ ਬਾਹਰ ਗਏ ਮੁਲਾਕਾਤ ਕਰਨ ਤੇ ਕੋਈ 15 ਮਿੰਟ ਲੱਗੇ ਤੇ ਜਦੋਂ ਵਾਪਸੀ ਆਉਂਦੇ ਨਾ ਦੂਰੇ ਹੀ ਨਜ਼ਰ ਆਉਂਦੇ ਸਨ ਕਿਉਂਕਿ ਅਸੀਂ ਮੈਦਾਨ 'ਚ ਬੈਠੇ ਦੇ ਸਾਂ ਤੇ ਦੋਵਾਂ ਹੱਥਾਂ ਦੇ ਵਿੱਚ ਇੱਕ ਛਾਪਰ। ਅੱਛਾ। ਦੋਵਾਂ ਹੱਥਾਂ ਦੇ ਵਿੱਚ ਇੱਕ ਛਾਪਰ ਤੇ ਜਦੋਂ ਸਾਨੂੰ ਮਸਲਨ ਨਾ ਪਤਾ ਸਾਂ ਲਿਖ ਲਿਆ, ਉਹਨਾਂ ਲਿਖ ਲਿਆ, ਸਾਨੂੰ ਫਾਰਗ ਕੀਤਾ ਤੇ ਸਾਨੂੰ ਫਿਰ ਇੱਕ ਚੱਕੀ 'ਚ ਬੰਦ ਕੀਤਾ। ਉਹ ਚੱਕੀ ਇਸ ਤਰ੍ਹਾਂ ਦੀ ਸੀ ਜਿਸ ਤਰ੍ਹਾਂ ਇੱਕ ਛੋਟੀ ਜਿਹੀ ਵੋਨਗ ਨਹੀਂ ਹੁੰਦੀ ਘਰ, ਜਾਂ ਛੋਟਾ ਫਲੈਟ ਹੁੰਦਾ ਫਲੈਟ, ਇਹ ਸਨਮਾਨ ਦੀ ਜੇਲ੍ਹ ਦੇ ਵਿੱਚ ਚੱਕੀ ਸੀ ਉਹ। ਅੱਛਾ ਇੱਕ ਇੱਥੇ ਸਵਾਲ ਹੈ, ਜਦੋਂ ਤੁਸੀਂ ਛਾਪਰ ਦੂਰੋਂ ਵੇਖੇ ਤੇ ਜਾਨ 'ਚ ਜਾਨ ਆਈ ਵੀ ਨਾਸ਼ਤਾ ਆ ਗਿਆ? ਮੈਂ ਤੁਹਾਨੂੰ ਦੱਸ ਦਿੰਦਾ ਨਾ ਉਹ ਨਾਸ਼ਤਾ ਅਸੀਂ ਜਿਹੜਾ ਹਾਫਿਜ਼ ਸਾਹਿਬ ਨੇ ਸਾਨੂੰ ਖਾਣਾ ਖਵਾ ਲਿਆ ਸੀ ਹਲੇ ਤਾਂ ਉਹ ਹੀ ਨਹੀਂ ਸੀ ਹਜ਼ਮ ਹੋਇਆ। ਉਹ ਤੁਹਾਡੀ ਖੈਰ ਹੋਈ। ਅੱਛਾ ਫਿਰ ਉਹ ਉੱਥੇ ਜੋ ਫਾਰਗ ਹੋਇਆ ਸਾਨੂੰ ਫਾਰਸੀ ਵਾਰਡ 'ਚ ਭੇਜਿਆ ਤੇ ਅੱਗੇ 2 ਭਲਵਾਨ ਬੜੇ ਬਿਹਤਰੀਨ ਭਲਵਾਨ ਤੇ 2 ਹਾਫਿਜ਼ਾਬਾਦ ਦੇ। ਅੱਛਾ। ਤੇ ਉਹ
ਜਦੋਂ ਅੰਦਰ ਦਾਖਲ ਹੋਇਆ ਸਲਾਮ ਦੁਆ ਲਈਏ ਤੇ ਸਾਨੂੰ ਆਪਣਾ ਤਾਰਫ ਕਰਾਇਆ, ਇੱਕ ਦੂਜੇ ਤੋਂ ਮਿਲੇ ਗਿਲਿਆਂ ਤੇ ਉਹ ਜਿਸ ਘੜੀ ਲਿਫਾਫੇ ਖੋਲੇ ਦੇ ਵਿੱਚ ਹਰ ਮਸਾਂ ਡੱਬੇ 'ਚ ਪਲਾ ਓਏ ਮੁਰਗੀ ਵਾਲਾ ਪਲਾ ਉਹ ਤੁਹਾਡੀ ਖੈਰ ਹੈ ਜੀ ਤੇ ਵਿੱਚ ਇੱਕ ਪਰਚੀ ਲਿਖੀ ਸੀ ਅੱਛਾ ਕਿ ਅੱਜ ਦੁਪਹਿਰ ਨੂੰ 2 ਵਜੇ ਮੁਲਾਕਾਤ ਆਏਗੀ ਤੇ ਪਲੀਜ਼ ਤੁਸੀਂ ਜੋ ਕੁਝ ਖਾਣਾ ਪੂਰੇ ਹਫਤੇ ਦਾ ਮੰਗਲ ਬੁੱਧ ਕੱਢ ਕੇ ਜੋ ਕੁਝ ਖਾਣਾ ਐਸ ਪਰਚੀ ਤੇ ਲਿਖ ਕੇ ਤੇ ਐਸ ਡੱਬਿਆਂ 'ਚ ਪਾ ਕੇ ਸਾਨੂੰ ਵਾਪਸ ਦੇ ਦੇ। ਤੇ ਮੰਗਲ ਬੁੱਧ ਕਿਉਂ ਕੱਢਿਆ ਵਿੱਚੋਂ? ਉਹ ਮੰਗਲ ਬੁੱਧ ਗੋਸ਼ਤ ਉਹ ਆਪਣਾ ਉਹ ਗੋਸ਼ਤ ਨਹੀਂ ਨਾ ਹੁੰਦਾ ਆਪਣੇ ਕੋਲ ਨਾ ਮੰਗਲ ਬੁੱਧ ਨਹੀਂ ਤੇ ਗੋਸ਼ਤ ਤੋਂ ਇਲਾਵਾ ਵੀ ਤੇ ਖਾ ਸਕਦੇ ਸੀ ਕੁਝ ਤੁਸੀਂ। ਅੱਛਾ ਜਵੇਦ ਸਾਹਿਬ ਉਹ ਜਿਸ ਘੜੀ ਉੱਥੇ ਗਏ ਜੀ ਤੇ ਇੱਕ ਦਾ ਨਾਂ ਸੀ ਮਨਜ਼ੂਰ ਅਹਿਮਦ ਚੱਠਾ, ਵਕੀਲ ਸਨ ਹਾਫਜ਼ਾਬਾਦ ਦੇ ਜੀ, ਤੇ ਇੱਕ ਦੋਸਤ ਦਾ ਨਾਂ ਸੀ ਮੁਸਰਤ ਸ਼ਹੀਨ। ਅੱਛਾ ਥੀਮ ਅੱਛਾ ਹਾਫਜ਼ਾਬਾਦ ਦੇ ਥੀਮ ਤੁਸੀਂ ਸੁਣੀ ਹੀ ਹੋਣਾ। ਨਹੀਂ ਮੈਂ ਕਿੱਥੇ, ਮੈਂ ਸਿਰ ਹਾਫਜ਼ਾਬਾਦ ਦਾ ਸੋਨ ਹਲਵਾ ਸੁਣਿਆ ਦਾ। ਅੱਛਾ ਜੀ ਅੱਛਾ ਫਿਰ ਮਸਲਨ ਕਿ ਉੱਥੇ ਵੀ ਸਾਡੀ ਇਸ ਤਰ੍ਹਾਂ ਦੀ ਲਾਈਫ ਗੁਜ਼ਰੀ ਜੀ ਜਿਸ ਤਰ੍ਹਾਂ ਅਸੀਂ ਘਰ ਆਏ ਦੇ ਹਾਂ ਤੇ ਕੋਈ ਪਿਕਨਿਕ ਮਨਾਉਣ ਆਏ ਦੇ ਹਾਂ ਤੇ ਕੁਝ ਵਾਹਵਾ ਦਿਨ ਗੁਜ਼ਰੇ। ਅੱਛਾ ਕੁਝ 10-12 ਦਿਨ ਗੁਜ਼ਰੇ ਤੇ ਉਹ ਮੇਰੇ ਇੱਕ ਤਾਏ ਦਾ ਬੇਟਾ, ਉਹਦਾ ਨਾਂ ਹੈ ਜਵੇਦ ਭੱਟ। ਉਹ ਮੈਨੂੰ ਕਹਿੰਦੇ ਨੇ ਕਿ ਜ਼ਫਰ ਅੱਜ ਯਾਰ ਆਟਾ ਤੂੰ ਗੁੰਨਣਾ। ਅੱਛਾ ਉਹ ਮੈਂ ਭਾ ਸਾਡੀ ਰੋਟੀ ਤੇ ਘਰੋਂ ਆਉਂਦੀ ਤੇ ਸਾਨੂੰ ਮਸਾਂ ਆਟਾ ਜ਼ਰੂਰ ਗੁੰਨਣਾ। ਕਹਿੰਦੇ ਨੇ ਪੁੱਤਰ ਕੋ ਨਹੀਂ ਗੱਲ, ਤੁਸੀਂ ਇਹ ਨਹੀਂ ਕਿਹਾ ਕਿ ਇੰਜੀ ਪਕਾ ਲਓ ਗੁੰਨਣ ਤੋਂ ਬਗੈਰ ਹੀ? ਹਾਂਜੀ ਕਹਿਣਾ ਅਸੀਂ ਗੁੰਨਣ ਤੋਂ ਬਗੈਰ ਹੀ ਪਕਾ ਲਓ ਅੱਜ। ਉਹ ਜਿਹੜੇ ਸਨ ਨਾ ਦੋਸਤ ਉਹਨਾਂ ਦਾ ਵੀ ਉਹੀ ਹਿਸਾਬ ਸੀ, ਉਹਨਾਂ ਨੂੰ ਵੀ ਉੱਥੇ ਮਾਸ਼ਕੀ ਮਿਲਿਆ ਦਾ ਸੀ ਤੇ ਉਹ ਵੀ ਉੱਥੇ ਹੀ ਆਪਣਾ ਖਾਣਾ ਚੱਕੀ ਜੀ ਬਣਾਉਂਦੇ ਸਨ। ਅੱਛਾ ਭੱਟ ਸਾਹਿਬ ਇੱਕ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਕਰ ਰਹੇ ਇਹਨਾਂ ਦੀ। ਅਸਲ ਦੇ ਵਿੱਚ ਇਹ ਇੰਜੀ ਇੱਥੇ ਲੈਣਾ ਜਾਇਓ ਨਾ ਕਿਤੇ ਵੀ ਭੱਟ ਸਾਹਿਬ। ਮਸਲਾ ਇਹ ਵਾ ਕਿ ਮੈਂ ਹੱਸਣ ਇਸ ਤੋਂ ਡਿਆ ਕਿ ਭੱਟ ਸਾਹਿਬ ਦੀਆਂ ਗੱਲਾਂ ਵੀ ਬੜੀਆਂ ਮਜ਼ੇਦਾਰ ਨੇ ਤੇ ਉਹ ਜਦੋਂ ਖਾਣ ਪੀਣ ਦੀ ਗੱਲ ਆਉਂਦੀ ਤੇ ਭੱਟ ਸਾਹਿਬ ਦਾ ਆਪਣਾ ਵੀ ਹਾਸਾ ਨਿਕਲ ਜਾਂਦਾ ਉੱਥੇ ਕਿ ਉਹ ਮੈਂ ਵੀ ਫਿਰ ਕੋਈ ਨਾ ਕੋਈ ਗੱਲ ਕਰਨੀ ਪੈਂਦੀ ਹੈ ਤੇ ਇੱਕ ਗੱਲਬਾਤ ਸੀਰੀਅਸ ਹੀ ਹੋ ਰਹੀ ਹੈ ਮਗਰ ਕਿਉਂਕਿ ਇੱਕ ਦੋਸਤਾਨਾ ਰੰਗ ਦੇ ਵਿੱਚ ਗੱਪਸ਼ਪ ਚੱਲ ਰਹੀ ਨਾਲ ਤੇ ਮੈਂ ਕਿਹਾ ਕੋਈ ਬੁਰਾ ਨਾ ਮਨਾਉਣਾ ਸਾਡੀ ਗੱਲ ਆ। ਤੇ ਜੁੜੇ ਰਹੋ 9 ਨਿਊਜ਼ TV ਨਾਲ, ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਪਾਰਟ 4 ਦੇ ਵਿੱਚ ਦੁਬਾਰਾ